पै भूले। सुत दारा स्यों प्रीत लगाई। एक उत्तम पंथ सुनियो गुर संगत। तेह मिलंत जम त्रास मिटाई। पाठ कीरत की गुर रामदास। राखो शरणाई। इक अरदास पाठ कीरत की गुर रामदास। राखो शरणाई। होवै सिफतक समुदी नूर और सहों कर सहों झटियै। तुद डिठे सच्चे पातशाह। मल जन्म जन्म दी कट्टियै। सज्जन सच्चा पातशाह। सिर शाहां दै शाह। जिस पास बैठिया सोहीऐ। सबना दा विसाह। वाहिगुरु जी। सोरठ महला पंजवा। गुरपूरै कृपा धारी। प्रभ पूरी लोच हमारी। गुरपूरै कृपा धारी। प्रभ पूरी लोच हमारी। कर इशनान गृह आए। आनंद मंगल सुख पाए। संतों राम नाम निस्तरियैं। ऊठत बैठत हर हर ध्याइयै। अन दिन सुकृत करियै रहाओ। संत का मार्ग धर्म की पौड़ी। को वड भागी पाए। कोट जन्म के किल बिख नासे। हर चरणी चित लाए। होस्तित करहो सदा प्रभ अपने। जिन पूरी कल राखी। जी अजंत सब भय पवित्रा। सतगुर की सच साखी। बिघन विनाशन सब दुख नासन। सतगुर नाम दृढ़ाया। कोई पाप भय सब पावन। जन नानक सुख घर आया। बिघन विनाशन सब दुख नासन। सतगुर नाम दृढ़ाया। खोए पाप भय सब पावन। जन नानक सुख घर आया। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਵਰ ਤਖਤ ਤੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਪਿਆਰੀ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਵਾਹਿਗੁਰੂ ਪ੍ਰਭੂ ਦੀ ਸਿਫਤ ਸਲਾਹ ਕਰ ਰਹੇ ਸੀ। ਅੰਮ੍ਰਿਤ ਵੇਲਾ ਜੋ ਗੁਰਸਿੱਖ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਜੋ ਹਰੇਕ ਗੁਰਸਿੱਖ ਨੂੰ ਹੁਕਮ ਹੈ, ਅੰਮ੍ਰਿਤ ਵੇਲੇ ਗੁਰਸਿੱਖਾ ਉੱਠ ਕੇ ਪ੍ਰਭੂ ਦੀ ਤੂੰ ਵਡਿਆਈ ਸਿਫਤ ਸਲਾਹ ਕਰਨੀ ਹੈ। ਅੰਮ੍ਰਿਤ ਵੇਲੇ ਨੂੰ ਸਤਿਗੁਰਾਂ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ ਕਿ ਅੰਮ੍ਰਿਤ ਵੇਲੇ ਬੜੀ ਸੁਖ ਸ਼ਾਂਤੀ ਇਕਾਂਤ ਹੁੰਦੀ ਹੈ। ਅੰਮ੍ਰਿਤ ਵੇਲੇ ਜਦੋਂ ਗੁਰਸਿੱਖ ਉੱਠਦਾ ਹੈ ਤੇ ਉਸ ਟਾਈਮ ਇਸ਼ਨਾਨ ਕਰਕੇ ਤੇ ਜਦੋਂ ਕੁਝ ਸਮਾਂ ਕਿਤੇ ਵੀ ਹੋਵੇ, ਆਪਾਂ ਕਿਸ ਜਗ੍ਹਾ 'ਤੇ ਵੀ ਹੋਈਏ ਜਾਂ ਗੁਰੂ ਕੇ ਚਰਨਾਂ ਵਿੱਚ ਆਣ ਕੇ ਜੋ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ, ਅੰਮ੍ਰਿਤ ਵੇਲੇ ਨੂੰ ਮਹਾਰਾਜ ਨੇ ਬਹੁਤ ਵੱਡੀ ਵਡਿਆਈ ਦਿੱਤੀ ਹੈ ਕਿ ਅੰਮ੍ਰਿਤ ਵੇਲੇ ਜਦੋਂ ਗੁਰਸਿੱਖ ਵਾਹਿਗੁਰੂ ਦਾ ਦਿੱਤਾ ਹੋਇਆ ਜੋ ਇਸ ਪ੍ਰਾਣੀ ਨੂੰ ਨਾਮ ਹੈ, ਜਦੋਂ ਅੰਮ੍ਰਿਤ ਵੇਲਾ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਇਹ ਇਨਸਾਨ ਬੈਠਦਾ, ਫਿਰ ਵਾਹਿਗੁਰੂ ਦਾ ਜਾਪ ਕਰਦਾ ਜਾਂ ਵਾਹਿਗੁਰੂ ਮੰਤਰ ਗੁਰਮੰਤਰ, ਅਤੇ ਅੰਮ੍ਰਿਤ ਵੇਲੇ ਮਨ ਸ਼ਾਂਤ ਹੁੰਦਾ, ਟਿਕਾ ਹੁੰਦੀ ਹੈ। ਜਿੰਨਾ ਸਾਜਰੇ ਤੂੰ ਉੱਠੇਗਾ ਅੰਮ੍ਰਿਤ ਵੇਲੇ, ਓਨਾ ਹੀ ਤੇਰਾ ਮਨ ਜੁੜੇਗਾ। ਹੁਣ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ, ਜਿਨ੍ਹਾਂ 'ਤੇ ਬਹੁਤ ਵੱਡੀ ਕਿਰਪਾ ਹੁੰਦੀ ਹੈ, ਉਹ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਨੂੰ ਸੰਭਾਲ ਲੈਂਦੇ ਨੇ। ਪਰ ਹੈ ਵਿਰਲੇ, ਵੀ ਵਿਰਲਿਆਂ 'ਤੇ ਹੀ ਇਹ ਕਿਰਪਾ ਹੁੰਦੀ ਹੈ। ਕਈ ਇਹੋ ਜਿਹੇ ਗੁਰਸਿੱਖ ਦੇਖੇ ਨੇ ਕਿ ਉਹ ਬਹੁਤ ਟਾਈਮ ਦੇ ਨਾਲ ਸਾਰਾ ਕੁਛ ਟਾਈਮ ਦੇ ਵਿੱਚ ਹੀ ਰਹਿੰਦੇ ਨੇ, ਟਾਈਮ ਨਾਲ ਉਹ ਸੌਂਦੇ ਨੇ, ਟਾਈਮ ਨਾਲ ਉਹ ਖਾਂਦੇ ਨੇ। ਜਦੋਂ ਜੀ ਇਹ ਟਾਈਮ ਦੇ ਵਿੱਚ ਚੱਲੇ ਤਾਂ ਸਾਰਾ ਕੁਛ ਠੀਕ ਰਹਿੰਦਾ ਹੈ। ਡਾਕਟਰ ਵੀ ਇਹ ਗੱਲ ਦੱਸਦੇ ਨੇ ਕਿ ਟਾਈਮ ਦੇ ਨਾਲ ਤੁਸੀਂ ਭੋਜਨ ਪਾਣੀ ਛਕਣਾ ਅਤੇ ਟਾਈਮ ਦੇ ਨਾਲ ਤੁਸੀਂ ਆਪਣਾ ਸਰੀਰ ਨੂੰ ਆਰਾਮ ਵੀ ਦੇਣਾ ਹੈ, ਅਤੇ ਫਿਰ ਸਾਰਾ ਕੁਛ ਸਰੀਰ ਵੀ ਵਧੀਆ ਰਹਿੰਦਾ ਹੈ, ਸਾਰਾ ਕੁਛ ਵਧੀਆ ਚੱਲਦਾ ਹੈ। ਹੁਣ ਜਿਹਨੇ ਸੌਣਾ ਹੀ 12 ਵਜੇ ਤੱਕ, ਹੁਣ ਕਈ ਦੇਖੇ ਨੇ ਉਹ 12 ਵਜੇ ਤੋਂ ਪਹਿਲਾਂ ਸੌਂਦੇ ਹੀ ਨਹੀਂ, ਪਹਿਲਾਂ TV ਦੇਖੀ ਜਾਣਗੇ, ਫਿਰ ਕੁਛ ਹੋਰ ਫੇਸਬੁੱਕ ਦੇਖੀ ਜਾਣਗੇ, ਅਤੇ ਜਿਨ੍ਹਾਂ ਨੇ ਸੌਣਾ 12 ਵਜੇ ਹੈ ਅਤੇ ਫਿਰ ਉਹਨਾਂ ਨੇ ਅੰਮ੍ਰਿਤ ਵੇਲੇ ਕਿੱਥੋਂ ਉੱਠਣਾ। ਕਈ ਗੁਰਮੁਖ ਪਿਆਰੇ ਦੇਖੇ ਨੇ ਕਿ ਉਹ ਆਪਣਾ ਟਾਈਮ ਨਾਲ ਹੀ ਸੌਂ ਜਾਂਦੇ ਨੇ, 9 ਵਜੇ ਤੋਂ ਪਹਿਲਾਂ ਜਾਂ ਵੱਧ ਤੋਂ ਵੱਧ 10 ਵਜੇ ਤੱਕ ਆਪਣਾ ਬਿਸਤਰੇ 'ਤੇ ਲੇਟ ਜਾਣਾ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਹਾਜ਼ਰੀ ਭਰਨੀ ਆ। ਹਾਂ, ਬੰਦਾ ਅੰਮ੍ਰਿਤ ਵੇਲੇ ਉੱਠਣ ਤੋਂ ਅਵੇਸਲਾ ਹੁੰਦਾ ਹੈ, ਪਰ ਜਦੋਂ ਜੌਬ 'ਤੇ ਜਾਣਾ ਵੀ ਵੇਖੇ ਪੈਸੇ ਮਿਲਣੇ ਨੇ, ਫਿਰ ਨਹੀਂ ਅਵੇਸਲਾ ਹੁੰਦਾ। ਇੱਕ ਗੱਲ ਹੋਰ ਹੈ, ਮੰਨ ਲਓ ਜੇ ਤੁਹਾਨੂੰ ਕਹੇ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਦਾ ਜਾਪ ਕਰਨਾ, 2 ਵਜੇ
ਉੱਠਣਾ ਹੈ ਅਤੇ ਕੋਈ ਵਿਰਲੇ ਹੀ ਇਸ ਚੀਜ਼ ਨੂੰ ਸੰਭਾਲਣਗੇ। ਅਤੇ ਜੇ ਇਉਂ ਕਹਿ ਲਓ ਕਿ ਵੀ ਤੈਨੂੰ ਫਲਾਣੀ ਥਾਂ ਜੋਬ ਮਿਲਣੀ, ਤੂੰ ਜੋਬ 'ਤੇ ਜਾਣਾ, ਤੈਨੂੰ ਉੱਥੇ ਵੱਧ ਐਕਸਟਰਾ ਪੈਸੇ ਮਿਲਣਗੇ, ਡਾਲਰ, ਅਤੇ ਫਿਰ ਝੱਟ ਛਾਲ ਮਾਰ ਕੇ ਬੰਦਾ ਉੱਠ ਖੜ੍ਹਦਾ। ਨਾਮ ਸਿਮਰਨ ਕਰਨ ਵਾਲੀ ਤਾਂ ਅਵੇਸਲਾ ਹੁੰਦਾ ਹੈ, ਅਤੇ ਜਦੋਂ ਕੋਈ ਹੋਰ ਕੰਮ ਕਰ ਰਿਹਾ ਫਿਰ ਛੇਤੀ ਬੜਾ ਫਿਕਰ ਹੁੰਦਾ ਵੀ ਮੈਂ ਜਾਣਾ ਜੋਬ 'ਤੇ। ਇਸ ਕਰਕੇ ਜੇ ਬੰਦਾ ਇਸ ਚੀਜ਼ ਨੂੰ ਸੋਚ ਲਵੇ ਕਿ ਜੋ ਇਹ ਟਾਈਮ ਦੇ ਵਿੱਚ ਰਹਿਣਾ ਹੈ, ਟਾਈਮ ਨਾਲ ਉੱਠਣਾ ਹੈ। ਕਈ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ ਉਹ ਫਿਰ ਛੇਤੀ ਰਾਤ ਨੂੰ ਸੌਂ ਜਾਂਦੇ ਨੇ, ਅਤੇ ਫਿਰ ਅੰਮ੍ਰਿਤ ਵੇਲੇ ਤੋਂ ਜਿਨ੍ਹਾਂ 'ਤੇ ਬਹੁਤੀ ਕਿਰਪਾ ਹੈ ਉਹ 12 ਵਜੇ ਤੋਂ ਬਾਅਦ ਫਿਰ ਅੰਮ੍ਰਿਤ ਵੇਲੇ ਨੂੰ ਸੰਭਾਲ ਲੈਂਦੇ ਨੇ। ਕਈ ਇਹੋ ਜਿਹੇ ਗੁਰਮੁਖ ਪਿਆਰੇ ਨੇ ਉਹ 12:30 ਉੱਠ ਕੇ ਇਸ਼ਨਾਨ ਕਰਕੇ ਫਿਰ ਉਹਨਾਂ ਦਾ ਕਈ ਘੰਟਿਆਂ ਦਾ ਚੌਂਕੜਾ ਹੁੰਦਾ ਹੈ, ਵਾਹਿਗੁਰੂ ਦਾ ਜਾਪ ਕਰਦੇ ਨੇ। ਜਿੰਨਾ ਤੂੰ ਸਾਜਰੇ ਆਵੇਂਗਾ ਓਨਾ ਜ਼ਿਆਦਾ ਤੈਨੂੰ ਆਨੰਦ ਆਵੇਗਾ। ਇਹ ਗੱਲ ਪੱਕੀ ਹੈ ਕਿ ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਹਿ ਜਾਂਦੇ ਹੋ ਫਿਰ ਉਸ ਟਾਈਮ ਐਨ ਸ਼ਾਂਤ ਹੁੰਦੀ ਹੈ, ਇਕਾਂਤ ਹੁੰਦਾ, ਰੌਲਾ ਨਹੀਂ ਪੈਂਦਾ। ਹੁਣ ਦਿਨ ਚੜ੍ਹ ਗਿਆ, ਹੁਣ ਤਾਂ ਗੱਡੀਆਂ ਚੱਲ ਪਈਆਂ, ਇਹਨਾਂ ਦੀ ਆਵਾਜ਼ ਆਉਂਦੀ ਹੈ, ਅਤੇ ਅੰਮ੍ਰਿਤ ਵੇਲੇ ਚੁੱਪ ਚਾਪ ਟਿਕਾ ਹੁੰਦਾ ਹੈ, ਇਕਾਂਤ ਹੁੰਦੀ ਹੈ, ਅਤੇ ਮਨ ਉਸ ਟਾਈਮ ਜੁੜਦਾ, ਸ਼ਾਂਤੀ ਵਿੱਚ ਆਉਂਦਾ ਹੈ। ਸੋ ਭਾਈ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਉਹ ਅੰਮ੍ਰਿਤ ਵੇਲੇ ਨੂੰ ਸੰਭਾਲ ਕਰਕੇ ਮਿਲੇ ਹੋਏ ਮਨੁੱਖਾ ਜਨਮ ਨੂੰ ਸਫਲ ਕਰਦੇ ਨੇ, ਅਤੇ ਵਾਹਿਗੁਰੂ ਦੀ ਬੰਦਗੀ ਕਰਕੇ ਜੋ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹੋ। ਜਿੰਨਾ ਚਿਰ ਇਹ ਪ੍ਰਾਣ ਚੱਲਦੇ ਨੇ ਗੁਰਮੁਖ ਪਿਆਰੇ ਵਾਹਿਗੁਰੂ ਦੀ ਬੰਦਗੀ ਕਰਦੇ ਨੇ। ਗੁਰੂ ਦਾ ਹੁਕਮ ਵੀ ਇਹ ਹੈ ਕਿ ਇਹ ਪ੍ਰਾਣੀ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹੋ। ਜਿੰਨਾ ਚਿਰ ਘੱਟ ਸਰੀਰ ਦੇ ਵਿੱਚ ਤੇਰਾ ਸਾਹ ਚੱਲ ਰਿਹਾ ਅਤੇ ਤੂੰ ਫਿਰ ਉਹਦੀ ਬੰਦਗੀ ਕਰ, ਅਤੇ ਜਦੋਂ ਇਹ ਸਵਾਸ ਪੂਰੇ ਹੋ ਗਏ, ਜਦੋਂ ਸੱਦਾ ਆ ਗਿਆ, ਬੁਲਾਵਾ ਆ ਗਿਆ, ਫਿਰ ਪਛਤਾਵਾ ਹੀ ਰਹਿ ਜਾਣਾ ਹੈ ਪੱਲੇ ਕਿ ਨਾਮ ਨਹੀਂ ਜਪਿਆ, ਸੰਸਾਰ 'ਤੇ ਸੁਪਨੇ ਬੰਦੀ ਤਾਈਂ। ਦਿਨ ਭੱਜਦਾ ਜਾ ਰਿਹਾ। ਦੇਖੋ ਜਦੋਂ ਸੰਡੇ ਆਉਂਦਾ, ਸੰਡੇ ਤੋਂ ਬਾਅਦ ਸੰਡੇ ਦੀ ਰਾਤ ਆਉਂਦੀ, ਅਤੇ ਫਿਰ ਮੰਡੇ ਦਿਨ ਚੜ੍ਹਦਾ, ਅਤੇ ਫਿਰ ਉਸ ਟਾਈਮ ਬੰਦਾ ਬਿਜੀ ਹੋ ਜਾਂਦਾ ਵੀ ਕੰਮਾਂ ਕਾਰਾਂ 'ਤੇ। ਫਿਰ ਉਦੋਂ ਪਤਾ ਲੱਗਦਾ ਜਦੋਂ ਵੀਕਐਂਡ ਆ ਜਾਂਦਾ ਨੇੜੇ। ਇਸੇ ਤਰ੍ਹਾਂ ਇਹ ਜਿਹੜੇ ਦਿਨ ਨੇ ਇਹ ਭੱਜਦੇ ਜਾ ਰਹੇ ਨੇ, ਉਮਰ ਲੰਘਦੀ ਜਾ ਰਹੀ ਹੈ, ਉਹ ਵਾਪਸ ਨਹੀਂ ਆਉਣੇ। ਜਿਹੜੇ ਦਿਨ ਲੰਘ ਗਏ ਉਹ ਵਾਪਸ ਨਹੀਂ ਆਉਣੇ। ਸਾਲ ਬੀਤਦੇ ਜਾ ਰਹੇ ਨੇ। ਹੁਣ ਪਿਛਲਾ ਸਾਲ ਚੜ੍ਹਿਆ ਸੀ ਜਨਵਰੀ, ਅਤੇ ਹੁਣ ਦੇਖ ਲਓ ਇਹ ਵੀ ਭੱਜਦਾ ਜਾ ਰਿਹਾ। ਇਸ ਕਰਕੇ ਪ੍ਰਾਣੀ ਤੂੰ ਮੌਕੇ ਨੂੰ ਸੰਭਾਲ। ਰਾਗੀ ਸਿੰਘ ਸ਼ਬਦ ਵੀ ਪੜ੍ਹ ਰਹੇ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਵੀ ਦਿਵਸ ਹੈ। ਸੋ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੋਇੰਦਵਾਲ ਦੀ ਧਰਤੀ 'ਤੇ ਆ ਕਰਕੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਲਈਆਂ। ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਵੱਡੀ ਘਾਲ ਕਮਾਈ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਹੁੰਦਿਆਂ ਬਚਪਨ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ, ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਾਨਕੇ ਵਿਖੇ ਬਾਸਰ ਕੇ ਉੱਥੇ ਆਣ ਕੇ ਕੁਝ ਸਮਾਂ ਰਹੇ। ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਨਾਮ ਪਹਿਲਾਂ ਭਾਈ ਜੇਠਾ ਸੀ, ਛੋਟੇ ਹੁੰਦਿਆਂ ਮਾਤਾ ਪਿਤਾ ਚੜ੍ਹਾਈ ਕਰ ਗਏ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ, ਅਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ
ਗੁਰੂ ਸਾਹਿਬ ਜੀ ਦੀ, ਗੁਰੂ ਅੰਮ੍ਰਿਤਸਰ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ। ਗੋਇੰਦਵਾਲ ਦੀ ਧਰਤੀ 'ਤੇ ਲੰਮਾ ਸਮਾਂ ਰਹਿ ਕੇ ਗੁਰੂ ਰਾਮਦਾਸ ਭਾਈ ਜੇਠਾ ਜੀ ਜਦੋਂ ਬਾਉਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਸੀ ਅਤੇ ਉਸ ਟਾਈਮ ਭਾਈ ਜੇਠਾ ਜੀ ਸਨ, ਗੁਰੂ ਰਾਮਦਾਸ ਜੀ ਨਹੀਂ ਸੀ ਬਣੇ। ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਰਹੀਆਂ ਜਦੋਂ ਬਾਉਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਸੀ ਅਤੇ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਗਾਰੇ ਦੀ ਟੋਕਰੀ ਜਦੋਂ ਪਟਾਈ ਹੋ ਰਹੀ ਸੀ ਬਾਉਲੀ ਦੀ, ਅਤੇ ਸਾਰੀ ਦਿਨ ਸੇਵਾ ਕਰਨੀ, ਕੱਪੜੇ ਲਿਬੜੇ ਰਹਿਣੇ ਅਤੇ ਗਾਰੇ ਦੇ ਟੋਕਰੇ ਚੱਕ ਕੇ ਲਿਆਉਣੇ। ਗੁਰੂ ਜੀ ਦੀਆਂ ਬਹੁਤ ਖੁਸ਼ੀਆਂ ਹੋਈਆਂ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ, ਆਪਣੇ ਸਾਹਿਬਜ਼ਾਦਿਆਂ ਨੂੰ ਛੱਡ ਕੇ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਦੋ ਸਪੁੱਤਰੀਆਂ ਸੀ, ਬੀਬੀ ਭਾਨੀ, ਬੀਬੀ ਦਾਨੀ। ਇੰਨੀ ਬਖਸ਼ਿਸ਼ ਹੋਈ ਕਿ ਸੇਵਾ ਕਰਦਿਆਂ ਕਰਦਿਆਂ ਦੇਖਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੱਦੀ ਦਾ ਉੱਤਰਾਧਿਕਾਰੀ ਕੌਣ ਹੈ, ਕੌਣ ਲਾਇਕ ਹੈ, ਕੌਣ ਇਸ ਤਖਤ 'ਤੇ ਬੈਠੇਗਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਖ ਵੀ ਕੀਤੀ ਅਤੇ ਜਦੋਂ ਹੁਕਮ ਕੀਤਾ ਥੜੇ ਬਣਾਉਣ ਦਾ ਕਿ ਥੜੇ ਬਣਾਓ, ਭਾਈ ਜੇਠਾ ਜੀ, ਭਾਈ ਰਾਮਾ ਜੀ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਨੀ ਬਖਸ਼ਿਸ਼ ਕੀਤੀ ਕਿ ਲਾਇਕ ਤਖਤ 'ਤੇ ਤਾਂ ਗੱਡੀ 'ਤੇ ਬਿਠਾਉਣਾ ਤਾਂ ਸੀ, ਉਹ ਗੱਲ ਵੱਖਰੀ, ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਦੋ ਸਪੁੱਤਰੀਆਂ ਸਨ, ਬੀਬੀ ਦਾਨੀ ਅਤੇ ਬੀਬੀ ਭਾਨੀ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੰਨੇ ਮਿਹਰਬਾਨ ਹੋਏ, ਇੰਨੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਭਾਈ ਜੇਠਾ ਜੀ ਦੇ ਨਾਲ ਤੈਅ ਕਰ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਪੁੱਤਰੀ ਦਾ ਆਨੰਦ ਕਾਰਜ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਨਾਲ ਕੀਤਾ ਅਤੇ ਉਸ ਤੋਂ ਬਾਅਦ ਜਦੋਂ ਪਰਖ ਕੀਤੀ ਗਈ ਥੜੇ ਬਣਾਉਣ ਦੀ, ਥੜੇ ਵਿੱਚੋਂ ਪਾਸ ਹੋਏ ਗੁਰੂ ਰਾਮਦਾਸ ਮਹਾਰਾਜ ਜੀ ਪਾਤਸ਼ਾਹ ਜੀ ਨੇ, ਅਤੇ ਫਿਰ ਗੁਰਤਾ ਗੱਦੀ 'ਤੇ ਤਖਤ 'ਤੇ ਬਿਠਾ ਕਰਕੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਇਹ ਸੁਭਾਵਿਕ ਹੀ ਹੈ। ਤੁਸੀਂ ਅੱਜ ਹੀ ਇਹ ਗੱਲ ਲਾ ਲਓ ਕਿ ਜਦੋਂ ਕਿਸੇ ਡੇਰੇ ਵਿੱਚ ਵੀ ਕਿਸ ਪ੍ਰਬੰਧਕ ਨੂੰ ਪੱਗ ਦਿੱਤੀ ਜਾਂਦੀ ਹੈ, ਉਸ ਟਾਈਮ ਬੜਾ ਰੌਲਾ ਪੈਂਦਾ ਹੈ। ਤਕਰੀਬਨ ਸਾਰੇ ਡੇਰਿਆਂ ਵਿੱਚ ਐਂ ਹੀ ਹੁੰਦਾ ਵੀ ਉਹ ਫਲਾਣੇ ਸੰਤ ਨੂੰ ਕਿਉਂ ਗੁਰਤਾ ਗੱਦੀ ਦਿੱਤੀ, ਮੈਂ ਇਸ ਦਾ ਲਾਇਕ ਸੀ, ਮੈਨੂੰ ਕਿਉਂ ਨਹੀਂ ਮਿਲੀ। ਅੱਜ ਵੀ ਇਹ ਰੌਲੇ ਪੈਂਦੇ ਨੇ ਡੇਰਿਆਂ ਵਿੱਚ, ਅਤੇ ਇਹ ਪਹਿਲਾਂ ਤੋਂ ਚੱਲਦੀ ਆ ਰਹੀ ਈਰਖਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ, ਅਤੇ ਉਸ ਟਾਈਮ ਵੀ ਬੜਾ ਵਿਰੋਧ ਹੋਇਆ। ਗੁਰੂ ਕੇ ਸਪੁੱਤਰਾਂ ਨੇ ਵਿਰੋਧ ਕੀਤਾ ਕਿ ਇਹ ਹੱਕ ਤਾਂ ਸਾਡਾ ਸੀ, ਗੁਰਤਾ ਗੱਦੀ ਅਤੇ ਅਸੀਂ ਬਹਿਣਾ ਸੀ, ਅਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਉਹਨੂੰ ਦੇਣੀ ਹੈ ਜਿਹੜਾ ਲਾਇਕ ਹੋਵੇ, ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਰਖ ਵਿੱਚ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ, ਉਹਨਾਂ ਨੂੰ ਗੁਰਤਾ ਗੱਦੀ ਦਿੱਤੀ। ਉਦੋਂ ਵੀ ਵਿਰੋਧ ਹੋਇਆ, ਗੁਰੂ ਕੇ ਪੁੱਤਰਾਂ ਨੇ ਵਿਰੋਧ ਕੀਤਾ। ਉਸ ਤੋਂ ਬਾਅਦ ਫਿਰ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਅਤੇ ਗੁਰੂ ਅੰਗਦ ਸਾਹਿਬ ਜੀ ਦੇ ਬਾਬਾ ਦਾਸੂ ਜੀ ਨੇ ਵੀ ਬਹੁਤ ਭਾਰੀ ਵਿਰੋਧ ਕੀਤਾ ਕਿ ਅਸੀਂ ਤੁਹਾਡੇ ਸਾਹਿਬਜ਼ਾਦੇ ਹਾਂ, ਅਸੀਂ ਤੁਹਾਡੇ ਪੁੱਤਰ ਹਾਂ, ਸਾਨੂੰ ਕਿਉਂ ਨਹੀਂ ਗੁਰਤਾ ਗੱਦੀ ਤੁਸੀਂ ਬਖਸ਼ਿਸ਼ ਕਰਦੇ। ਅਤੇ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਹੁਕਮ ਮੰਨਿਆ, ਜਿਹੜੇ ਹੁਕਮ ਦੇ ਮੰਨ ਕੇ ਪਰਖ ਦੇ ਵਿੱਚ ਪੂਰੇ ਉਤਰੇ, ਜਿਹੜੇ ਇਸ ਗੁਰਤਾ ਗੱਦੀ ਦੇ ਲਾਇਕ ਸਨ, ਉਹਨਾਂ ਨੂੰ ਹੀ ਬਖਸ਼ਿਸ਼ ਕੀਤੀ। ਅਤੇ ਗੁਰੂ ਅਮਰਦਾਸ ਮਹਾਰਾਜ ਵੇਲੇ ਵੀ ਜਦੋਂ
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਅਤੇ ਉਸ ਟਾਈਮ ਵੀ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਗੁਰੂ ਕੇ ਸਪੁੱਤਰਾਂ ਨੇ ਗੁਰੂ ਸਾਹਿਬ ਜੀ ਦਾ ਇਹ ਵਿਰੋਧ ਕੀਤਾ ਕਿ ਇਹਨਾਂ ਨੂੰ ਗੁਰਤਾ ਗੱਦੀ ਕਿਉਂ ਬਖਸ਼ੀਏ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਗੁਰਤਾ ਗੱਦੀ ਦੇ ਜਦੋਂ ਪਰਖ ਕੀਤੀ ਅਤੇ ਗੁਰੂ ਰਾਮਦਾਸ ਜੀ ਪੂਰੇ ਉਤਰੇ ਅਤੇ ਆਪਣੀ ਸਪੁੱਤਰੀ ਦਾ ਰਿਸ਼ਤਾ ਬੀਬੀ ਭਾਨੀ ਦਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਕਰ ਦਿੱਤਾ। ਨਾਲੇ ਗੁਰਤਾ ਗੱਦੀ ਦੇ ਤਖਤ 'ਤੇ ਬਿਠਾ ਦਿੱਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਹੀ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਨੇ ਸੇਵਾ ਕੀਤੀ ਅਤੇ ਹੁਕਮ ਮੰਨਿਆ। ਇਸੇ ਤਰ੍ਹਾਂ ਇਹ ਵਿਰੋਧ ਚੱਲਦਾ ਹੀ ਰਿਹਾ। ਇਹ ਈਰਖਾ ਹੰਕਾਰ ਵਿਰੋਧ ਇਹ ਪਹਿਲਾਂ ਸ਼ੁਰੂ ਤੋਂ ਹੀ ਹੈ, ਇਹ ਹੁੰਦਾ ਰਿਹਾ, ਉਸ ਟਾਈਮ ਵੀ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਆਪਾਂ ਸਰਵਣ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਇਹ ਸ਼ਬਦ। ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਪਿਰਥੀਆ ਬਹੁਤ ਗੁਰੂ ਸਾਹਿਬ ਜੀ ਦਾ ਵਿਰੋਧ ਕਰ ਰਿਹਾ ਸੀ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬਿਠਾ ਕੇ ਸਨ ਅਤੇ ਉਸ ਤੋਂ ਬਾਅਦ ਪ੍ਰਿਥੀ ਚੰਦ ਨੇ ਬਹੁਤ ਭਾਰੀ ਵਿਰੋਧ ਕੀਤਾ ਅਤੇ ਸਤਿਗੁਰੂ ਜੀ ਦੇ ਉੱਤੇ ਇਸ ਨੇ ਸੁਲਹ ਖਾਂ ਦਾ ਹਮਲਾ ਕਰਵਾਇਆ। ਸਤਿਗੁਰੂ ਜੀ ਅੰਮ੍ਰਿਤਸਰ ਛੱਡ ਕੇ ਸੰਗਤਾਂ ਦੀ ਬੇਨਤੀ 'ਤੇ ਕਹਿਣ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵਡਾਲੀ ਸਾਹਿਬ ਚਲੇ ਗਏ ਸਨ ਅੰਮ੍ਰਿਤਸਰ ਨੂੰ ਛੱਡ ਕੇ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਵਡਾਲੀ ਸਾਹਿਬ ਜੋ ਸਥਾਨ ਹੈ ਉੱਥੇ ਅਵਤਾਰ ਹੋਇਆ। ਉਸ ਤੋਂ ਬਾਅਦ ਸੁਲੀ ਖਾਂ ਸਬੱਬੀ ਖਾਂ ਮਾਰੇ ਗਏ ਅਤੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦੀ ਬੇਨਤੀ 'ਤੇ ਵਡਾਲੀ ਸਾਹਿਬ ਛੱਡ ਕੇ ਫਿਰ ਅੰਮ੍ਰਿਤਸਰ ਦੀ ਧਰਤੀ 'ਤੇ ਆਏ। ਸਤਿਗੁਰੂ ਜੀ ਨੇ ਇੱਥੇ ਦੀਵਾਨ ਸਜਾਇਆ ਅਤੇ ਉਸ ਟਾਈਮ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾ ਰਹੇ ਹਨ। ਸੰਤੋਹ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ, ਅਨਦਿਨ ਸੋ ਕ੍ਰਿਤ ਕਰੀਐ। ਹੇ ਹਰੀ ਦੇ ਸੰਤੋ, ਰਾਮ ਨਾਮ ਜੋ ਸਾਰਿਆਂ ਵਿੱਚ ਪਰਮਾਤਮਾ ਰਮਿਆ ਹੋਇਆ ਹੈ, ਨਿਸ ਕਹਿੰਦੇ ਨੇ ਸੰਸਾਰ ਨੂੰ, ਤਰੀਐ ਇਸ ਧਰ ਜਾਈਦਾ। ਹੇ ਹਰੀ ਦੇ ਸੰਤੋ, ਰਾਮ ਨਾਮ ਦਾ ਭਜਨ ਬੰਦਗੀ ਕਰਕੇ ਇਸ ਸੰਸਾਰ ਤੋਂ ਤਰੀਦਾ। ਊਠਤ ਬੈਠਤ ਹਰ ਹਰ ਧਿਆਈਐ, ਅਨਦਿਨ ਸੁਕ੍ਰਿਤ ਕਰੀਐ। ਉੱਠਦਿਆਂ ਬੈਠਦਿਆਂ ਹਰ ਹਰ ਧਿਆਈਐ, ਔਰ ਪਰਮਾਤਮਾ ਦਾ ਨਾਮ ਨੂੰ ਧਿਆਣਾ ਕਰੀਏ, ਉਸ ਦਾ ਨਾਮ ਜਪਣਾ ਕਰੀਏ। ਅਨਦਿਨ ਸੁਕ੍ਰਿਤ ਕਰੀਏ, ਦਿਨ ਰਾਤ ਇਹ ਸੱਚੀ ਸੁੱਚੀ ਜਿਹੜੀ ਕਿਰਤ ਹੈ, ਅਸਲੀ ਕਿਰਤ ਹੈ, ਜੋ ਹੁਕਮ ਹੈ, ਉਹ ਇਹ ਅਸਲੀ ਸੱਚੀ ਕਿਰਤ ਹੈ ਕਿ ਉਸ ਪਰਮਾਤਮਾ ਦਾ ਨਾਮ ਨੂੰ ਧਿਆਣਾ ਕਰੀਏ। ਰਹਾਉ ਦੀਆਂ ਪੰਕਤੀਆਂ ਹਨ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਰਹੇ ਹਨ ਕਿ ਗੁਰੂ ਰਾਮਦਾਸ ਸਾਹਿਬ ਸਾਡੇ ਪਿਤਾ ਨੇ ਕਿਰਪਾ ਕੀਤੀ ਹੈ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਆਪਣੇ ਸਾਡੇ 'ਤੇ ਮਿਹਰਬਾਨ ਹੋਏ ਨੇ, ਗੁਰੂ ਨੇ ਕਿਰਪਾ ਕੀਤੀ ਹੈ, ਸਾਡੀ ਜਿਹੜੀ ਲੋਚ ਹੈ, ਇੱਛਾ ਹੈ, ਉਹ ਪੂਰੀ ਕੀਤੀ ਹੈ। ਅੰਮ੍ਰਿਤਸਰ ਸਰੋਵਰ ਦੀ ਸੰਪੂਰਨਤਾ ਹੋਈ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਨਮ ਲਿਆ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਅੰਮ੍ਰਿਤਸਰ ਦੀ ਧਰਤੀ 'ਤੇ ਸ਼ਬਦ ਉਚਾਰਨ ਕੀਤਾ ਸੀ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਡੀ ਜਿਹੜੀ ਲੋਚ ਹੈ, ਉਹ ਇੱਛਾ ਹੈ, ਉਹ ਪੂਰੀ ਕੀਤੀ ਹੈ।
ਤੇ ਸਤਿਗੁਰੂ ਜੀ ਅੱਗੇ ਫਰਮਾ ਰਹੇ ਹਨ, ਕਰ ਇਸ਼ਨਾਨ ਗ੍ਰਹਿ ਆਏ। ਅਸੀਂ ਵਡਾਲੀ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਆਇਆ। ਅੰਮ੍ਰਿਤਸਰ ਗੁਰੂ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ, ਆਪਣੇ ਮਹਿਲਾਂ ਵਿੱਚ ਆਇਆ। ਗੁਰਪੂਰਾ ਕਿਰਪਾ ਧਾਰੀ, ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਸਾਡੀ ਜਿਹੜੀ ਇੱਛਾ ਹੈ ਉਹ ਪੂਰੀ ਕਰਦੇ ਨੇ। ਪ੍ਰਭ ਪੂਰੀ ਲੋਚ ਹਮਾਰੀ, ਅਤੇ ਸਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਪੂਰੀਆਂ ਕੀਤੀਆਂ ਹਨ। ਕਰ ਇਸ਼ਨਾਨ ਗ੍ਰਹਿ ਆਏ, ਜੋ ਇਉਂ ਕਹ ਲਓ ਨਾਮ ਰੂਪੀ ਅੰਮ੍ਰਿਤ ਜਲ ਦੇ ਨਾਲ ਇਸ਼ਨਾਨ ਕਰਕੇ ਅਸੀਂ ਆਪਾਂ ਆਪ ਦੇ ਵਿੱਚ ਆਪਣੇ ਹਿਰਦੇ ਵਿੱਚ ਟਿਕ ਗਏ ਹਾਂ। ਆਨੰਦ ਮੰਗਲ ਸੁਖ ਪਾਏ, ਫਿਰ ਹਿਰਦੇ ਵਿੱਚ ਆਨੰਦ ਤੇ ਮੰਗਲ ਖੁਸ਼ੀਆਂ ਖੇੜੇ ਪ੍ਰਾਪਤ ਹੋਏ ਨੇ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ, ਅੰਦਨ ਸੋ ਕ੍ਰਿਤ ਕਰੀਐ। ਅੱਗੇ ਸਤਿਗੁਰੂ ਜੀ ਰਹਾਉ ਤੋਂ ਅੱਗੇ ਅਗਲੀਆਂ ਪੰਕਤੀਆਂ ਵਿੱਚ ਫਰਮਾ ਰਹੇ ਹਨ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਹੁਣ ਸੰਤਾਂ ਦਾ ਮਾਰਗ ਕਿਹੜਾ ਹੈ? ਜਿਹੜੇ ਸੰਤ ਨੇ, ਹਰੀ ਦੇ ਜਿਹੜੇ ਸੰਤ ਨੇ, ਉਹਨਾਂ ਦਾ ਮਾਰਗ ਕਿਹੜਾ ਹੈ? ਉਹ ਕੀ ਦੱਸਦੇ ਨੇ? ਸੰਤ ਕਾ ਮਾਰਗ ਧਰਮ ਕੀ ਪੌੜੀ। ਜੇ ਤੁਸੀਂ ਆਪਾਂ ਜਿਵੇਂ ਮੰਨ ਲਓ ਕਿਸੇ ਬਿਲਡਿੰਗ ਦੇ ਉੱਪਰ ਚੜ੍ਹਨਾ, ਜਿਵੇਂ ਗੁਰਦੁਆਰਾ ਸਾਹਿਬ ਜੀ ਦੀਆਂ ਪੌੜੀਆਂ, ਆਪਾਂ ਉੱਪਰ ਚੜ੍ਹ ਕੇ ਆਉਂਦੇ ਹਾਂ ਅਤੇ ਪੌੜੀਆਂ ਲੱਗੀਆਂ ਨੇ, ਅਤੇ ਪੌੜੀਆਂ ਜੇ ਨਾ ਹੋਣ ਤਾਂ ਉੱਪਰ ਨਹੀਂ ਆਪਾਂ ਚੜ੍ਹ ਸਕਦੇ। ਇਸ ਕਰਕੇ ਇਹ ਜਿਹੜਾ ਸੰਤਾਂ ਦਾ ਜਿਹੜਾ ਮਾਰਗ ਹੈ ਉਹ ਧਰਮ ਦੀ ਪੌੜੀ ਹੈ। ਧਰਮ ਕੀ ਪੌੜੀ, ਧਰਮ ਦੀ ਪੌੜੀ ਕੀ ਹੈ? ਜੇ ਤੁਸੀਂ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ, ਵਾਹਿਗੁਰੂ ਨੂੰ ਤੁਸੀਂ ਮਿਲਣਾ, ਅਤੇ ਫਿਰ ਇਹ ਇੱਕ ਧਰਮ ਦੀ ਪੌੜੀ ਹੈ। ਕੋ ਵੱਡ ਭਾਗੀ ਪਾਏ, ਕੋਈ ਵੱਡਿਆਂ ਭਾਗਾਂ ਵਾਲਾ ਹੀ ਇਸ ਪੌੜੀ 'ਤੇ ਚੜ੍ਹਦਾ ਹੈ। ਧਰਮ ਦੀ ਪੌੜੀ ਕੀ ਹੈ? ਕਿ ਨਾਮ ਜਪਣਾ। ਸੰਤਾਂ ਦਾ ਮਾਰਗ ਕੀ ਹੈ? ਨਾਮ ਜਪਣਾ ਅਤੇ ਜਪਾਉਣਾ, ਹੋਰਨਾਂ ਨੂੰ ਜਪਾਉਣਾ। ਅਤੇ ਫਿਰ ਇਹ ਇੱਕ ਧਰਮ ਦੀ ਪੌੜੀ 'ਤੇ ਆਪਾਂ ਸਿਮਰਨ ਕਰਕੇ, ਬੰਦਗੀ ਕਰਕੇ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਕਰਨੀ ਹੈ। ਹੁਣ ਵਾਹਿਗੁਰੂ ਨੂੰ ਪ੍ਰਾਪਤ ਕੋਈ ਬਿਰਲਾ ਹੀ ਕਰਦਾ ਹੈ। ਕੋ ਵੱਡ ਭਾਗੀ ਪਾਏ, ਕੋ ਵੱਡਿਆਂ ਭਾਗਾਂ ਵਾਲਾ ਹੈ। ਵਾਹਿਗੁਰੂ ਦੀ ਬੰਦਗੀ ਕਰਕੇ ਇਸ ਪੌੜੀ 'ਤੇ ਚੜ੍ਹ ਕੇ ਹੌਲੀ ਹੌਲੀ ਪਹਿਲਾਂ ਸਿਮਰਨ ਥੋੜ੍ਹਾ ਥੋੜ੍ਹਾ ਕਰਦਿਆਂ ਕਰਦਿਆਂ ਫਿਰ ਹੋਰ ਅਭਿਆਸ ਹੋ ਗਿਆ, ਸੰਗਤ ਕਰਦਿਆਂ ਅਤੇ ਸੰਗਤ ਵਿੱਚ ਸੇਵਾ ਕਰਦਿਆਂ, ਅਤੇ ਫਿਰ ਇਸ ਪੌੜੀ ਦੇ ਉੱਤੇ ਚੜ੍ਹ ਕੇ, ਅਤੇ ਕਈ ਫਿਰ ਪਾਸ ਹੋ ਜਾਂਦੇ ਨੇ, ਕਈ ਰਹਿ ਜਾਂਦੇ ਨੇ, ਪੌੜੀ ਤੋਂ ਚੜ੍ਹਿਆ ਨਹੀਂ ਜਾਂਦਾ, ਬੰਦਗੀ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਨੇ ਸੰਤਾਂ ਦਾ ਜਿਹੜਾ ਮਾਰਗ ਹੈ ਉਹ ਨਾਮ ਜਪਣਾ ਅਤੇ ਬੰਦਗੀ ਕਰਨੀ, ਇਹ ਇੱਕ ਧਰਮ ਦੀ ਪੌੜੀ ਹੈ। ਕੋ ਵੱਡ ਭਾਗੀ ਪਾਏ, ਕੋ ਵਿਰਲਿਆਂ ਭਾਗਾਂ ਵਾਲੇ ਇਸ ਪੌੜੀ 'ਤੇ ਚੜ੍ਹਦੇ ਹਨ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ। ਜਿਹੜੇ ਇਸ ਪੌੜੀ 'ਤੇ ਚੜ੍ਹ ਕੇ ਜਿਨ੍ਹਾਂ ਨੇ ਹਰ ਚਰਣੀ ਚਿਤ ਲਾਏ, ਵਾਹਿਗੁਰੂ ਦੇ ਪਰਮ ਚਰਨਾਂ ਦੇ ਨਾਲ ਆਪਣੇ ਚਿੱਤ ਨੂੰ ਲਾਇਆ ਹੈ। ਕੋਟ ਜਨਮ ਕੇ ਕਿਲ ਬਿਖ ਨਾਸੇ, ਉਹਨਾਂ ਦੇ ਕਰੋੜਾਂ ਜਨਮਾਂ ਦੇ ਜਿਹੜੇ ਕੀਤੇ ਹੋਏ ਪਾਪ ਨੇ ਉਹ ਪਾਪ ਨਾਸੇ, ਨਾਸ ਕਰ ਦਿੱਤੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਕੋ ਸਤਿ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਸੱਚੇ ਪਾਤਸ਼ਾਹ ਜੀ ਕਹਿ ਰਹੇ, ਜਿਸ ਵਾਹਿਗੁਰੂ ਪਰਮਾਤਮਾ ਨੇ ਇਸ ਕਲਯੁੱਗ ਦੇ ਵਿੱਚ ਆਪਣੀ ਕਲਾ ਸੱਤਾ ਟਿਕਾਈ ਹੋਈ ਹੈ, ਸਦਾ ਵਾਸਤੇ ਉਸਤਤ ਕਰੋ ਸਦਾ ਪਰ ਆਪਣੇ, ਸਦਾ ਵਾਸਤੇ ਉਸ ਵਾਹਿਗੁਰੂ ਪਰਮਾਤਮਾ ਦੀ ਉਸਤਤ ਕਰਦੇ ਰਹੋ, ਜਿਸ ਨੇ ਆਪਣੀ ਇਸ ਕਲ ਦੇ ਵਿੱਚ ਆਪਣੀ ਸ਼ਕਤੀ, ਆਪਣੀ ਕਲਾ ਟਿਕਾਈ ਹੋਈ ਹੈ। ਜੀਅ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਜਿਨ੍ਹਾਂ ਨੇ ਸੱਚੇ ਸਤਿਗੁਰੂ ਜੀ ਦੀ ਜਿਹੜੀ ਸਿੱਖਿਆ ਗ੍ਰਹਿਣ ਕੀਤੀ ਹੈ, ਸਿੱਖਿਆ ਨੂੰ ਧਾਰਨ ਕੀਤਾ ਹੈ, ਅਤੇ ਉਹ ਕਹਿੰਦੇ ਪਵਿੱਤਰ ਹੋ ਗਏ, ਪਾਪੀ ਤੋਂ ਪਵਿੱਤਰ ਹੋ ਗਏ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ, ਜੋ ਗੁਰੂ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ, ਸਿੱਖਿਆ ਨੂੰ ਧਾਰਨ ਕੀਤਾ, ਕਹਿੰਦੇ ਉਹ ਪਵਿੱਤਰ ਹੋ ਗਏ। ਬੇਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰਨਾਇਆ। ਜਿਨ੍ਹਾਂ ਉੱਤੇ ਵਾਹਿਗੁਰੂ ਨੇ ਕਿਰਪਾ ਕਰਤੀ ਨਾ, ਪਿੱਛੇ ਇਹ ਧਰਮ ਦੀ ਪੌੜੀ ਦੀ ਗੱਲ ਚੱਲ ਰਹੀ ਸੀ ਨਾ, ਵੀ ਜਿਹੜਾ ਧਰਮ ਦੀ ਪੌੜੀ 'ਤੇ ਚੜ੍ਹਦਾ, ਵੱਡਿਆਂ ਭਾਗਾਂ ਵਾਲੇ ਚੜ੍ਹਦੇ ਨੇ, ਫਿਰ ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਪਾਪ ਨਾਸ ਹੋ ਗਏ। ਧਰਮ ਦੀ ਪੌੜੀ 'ਤੇ ਚੜ੍ਹ ਕੇ ਅਤੇ ਫਿਰ ਗੁਰੂ ਦੇ ਚਰਨੀ ਦੇ ਨਾਲ ਜਿਨ੍ਹਾਂ ਨੇ ਚਿੱਤ ਲਾਇਆ ਹੈ ਨਾ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਫਰਮਾ ਰਹੇ ਹਨ, ਬੇਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਗੁਰਮੰਤਰ ਦਾ ਨਾਮ ਦਿਰੜਾਇਆ, ਪੱਕਾ ਕਰ ਦਿੱਤਾ। ਅਤੇ ਉਹਨਾਂ ਨੂੰ ਕਹਿੰਦੇ ਵਿਘਨ ਵਿਨਾਸਨ, ਉਹਨਾਂ ਦੇ ਸਾਰੇ ਵਿਘਨਾਂ ਦਾ ਨਾਸ ਹੋ ਗਿਆ, ਸਾਰਾ ਦੁੱਖਾਂ ਦਾ ਨਾਸ ਹੋ ਗਿਆ। ਜਿਨ੍ਹਾਂ ਨੇ ਸਤਿਗੁਰ ਦੇ ਨਾਮ ਦੇ ਨਾਲ ਧਰਮ ਦੀ ਪੌੜੀ 'ਤੇ ਚੜ੍ਹੇ ਅਤੇ ਫਿਰ ਉਹਨਾਂ ਦੇ ਹਿਰਦੇ ਵਿੱਚ ਸਤਿਗੁਰਾਂ ਨੇ ਨਾਮ ਪੱਕਾ ਕਰ ਦਿੱਤਾ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਜਿਹੜੇ ਧਰਮ ਦੀ ਪੌੜੀ 'ਤੇ ਚੜ੍ਹ ਗਏ ਅਤੇ ਫਿਰ ਕੀ ਹੋਇਆ, ਖੋਏ ਪਾਪ ਭਏ ਸਭ ਪਾਵਨ, ਸਾਰੇ ਜਿਹੜੇ ਪਾਪ ਸੀ ਉਹਨਾਂ ਦੇ ਨਾਸ ਹੋ ਗਏ। ਕਿਉਂਕਿ ਜਦੋਂ ਬੰਦਾ ਬੰਦਗੀ ਕਰਦਾ ਹੈ, ਹੌਲੀ ਹੌਲੀ ਜਿਹੜੇ ਉਹਦੇ ਕੀਤੇ ਹੋਏ ਕਰਮ ਨੇ, ਪਾਪ ਨੇ, ਉਹ ਨਾਸ ਹੁੰਦੇ ਨੇ, ਉਹ ਪਵਿੱਤਰ ਹੋ ਜਾਂਦਾ ਹੈ। ਫਿਰ ਉਹ ਸਤਿਗੁਰੂ ਜੀ ਫਿਰ ਹਿਰਦੇ ਵਿੱਚ ਨਾਮ ਪੱਕਾ ਕਰ ਦਿੰਦੇ ਨੇ, ਉਹਨਾਂ ਦੇ ਵਿਘਨਾਂ ਵਿਨਾਸਾਂ ਦਾ ਨਾਸ ਕਰ ਦਿੰਦੇ ਨੇ। ਅਤੇ ਫਿਰ ਖੋਏ ਪਾਪ, ਸਾਰੇ ਜਿਹੜੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਨਾਸ ਹੋ ਜਾਂਦੇ ਨੇ, ਉਹ ਪਵਿੱਤਰ ਹੋ ਜਾਂਦਾ ਹੈ। ਜਨ ਨਾਨਕ ਸੁਖ ਘਰ ਆਇਆ, ਉਹ ਆਪਣੇ ਹਿਰਦੇ ਘਰ ਵਿੱਚ ਟਿਕ ਜਾਂਦਾ ਹੈ। ਭੜਕਣਾ ਜਿਹੜੀਆਂ ਮੁੱਕ ਜਾਂਦੀਆਂ ਨੇ। ਸਤਿਗੁਰੂ ਜੀ ਨੇ ਇੱਥੇ ਆ ਕੇ ਸਮਾਪਤੀ ਕਰ ਦਿੱਤੀ ਕਿ ਜਨ ਨਾਨਕ ਸੁਖ ਘਰ ਆਇਆ। ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਉਹ ਪਵਿੱਤਰ ਹੋ ਗਏ, ਪਾਵਨ ਹੋ ਗਏ, ਉਹ ਸੁਰਖਰੂ ਹੋ ਗਏ ਸਾਰੀਆਂ ਗੱਲਾਂ ਤੋਂ, ਅਤੇ ਨਾਮ ਉਹਨਾਂ ਦੇ ਹਿਰਦੇ ਵਿੱਚ ਪੱਕਾ ਹੋ ਗਿਆ। ਅਤੇ ਜਨ ਨਾਨਕ ਸੁਖ ਘਰ ਆਇਆ, ਉਹ ਆਪਣੇ ਆਪਾ ਭਾਵ ਵਿੱਚ ਟਿਕ ਗਏ, ਆਪਣੇ ਹਿਰਦੇ ਘਰ ਵਿੱਚ, ਹਿਰਦੇ ਵਿੱਚ ਟਿਕਾ ਆ ਗਿਆ, ਭੜਕਣਾ ਮੁੱਕ ਗਈਆਂ। ਗੁਰਬਾਣੀ ਬਹੁਤ ਡੂੰਘੀ ਹੈ, ਸਮੁੰਦਰ ਹੈ। ਜਿਵੇਂ ਜਿਵੇਂ ਆਪਾਂ ਇਹਦੀ ਖੋਜ ਕਰਦੇ ਹਾਂ, ਇਹ ਜਿਹੜੀ ਖੋਜ ਹੈ, ਅਰਥ ਖੁੱਲ੍ਹਦੇ ਤਾਂ ਨੇ ਇਹ ਬੰਦਗੀ ਦੇ ਨਾਲ। ਜਿਉਂ-ਜਿਉਂ ਬੰਦਾ ਬੰਦਗੀ ਕਰੇਗਾ ਇਹਦੇ ਅਰਥ ਬਦਲਦੇ ਜਾਣਗੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਜੋ ਗੁਰਬਾਣੀ ਹੈ ਸਾਨੂੰ ਬਖਸ਼ਿਸ਼ ਕੀਤੀ ਹੈ, ਬਾਣੀ ਪੜ੍ਹ ਕੇ ਸੁਣ ਕੇ ਉਸ ਤੋਂ ਬਾਅਦ ਜਿਹੜਾ ਇਹ 'ਤੇ ਅਮਲ ਕਰਨਾ, ਇਹ ਅਸਲੀ ਪ੍ਰੈਕਟੀਕਲ ਹੈ। ਵੀ ਬਾਣੀ ਪੜ੍ਹ ਲੈਣੀ, ਸੁਣ ਲੈਣੀ, ਠੀਕ ਹੈ, ਸੁਣ ਵੀ ਲਈ, ਪੜ੍ਹ ਵੀ ਲਈ, ਵੀ ਸੁਣ ਕੇ ਜਿਹੜਾ ਅਮਲ ਕਰਨਾ ਨਾ, ਸਤਿਗੁਰੂ ਜੀ ਕੀ ਕਹਿ ਰਹੇ ਨੇ, ਗੱਲ ਫਿਰ ਉੱਥੇ ਆ ਕੇ ਸਾਰੀ ਮੁੱਕਦੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗ੍ਰਹਿਣ ਕੀਤੀ, ਧਾਰਨ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਭਾਈ ਸਤਿਗੁਰੂ ਜੀ ਕਹਿ ਰਹੇ ਨੇ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ, ਆਪਣੇ ਹਿਰਦੇ ਵਿੱਚ ਟਿਕ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਸੀ। ਵਿਚਾਰ ਕਰਦੇ ਹਾਂ, ਭੁੱਲ ਗਲਤੀ ਦੀ ਖਿਮਾ ਦੇਣੀ। ਵਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਧੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਵਡਿਆਈਆਂ, ਸ਼ਬਦੋ ਤਾਂ ਗਾਵੂ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੁ ਵਿਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਮਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ।
ਸਤਿਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੁ ਸੰਤੋਖ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ। ਪੰਜ ਦੋਤ ਦਿਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁ ਜਿਨ ਕਉ ਸੇ ਨਾਮ ਹਰ ਕੈ ਲਾਗੀ। ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਆਨੰਦ ਵਾਜੇ, ਆਨੰਦ ਸੁਨੋ ਬੜ ਭਾਗੀਓ, ਸਗਲ ਮਨੋਹਰਤ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਧਰਮਾਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਢੋਲ ਕਿਵਾਰ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ। ਹਉ ਬਲਿਹਾਰੀ ਸਤਿਗੁਰ ਚਰਨਾ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ। ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਸੁਖ ਸਹਿਜ ਆਨੰਦਾ, ਪ੍ਰਭ ਮਿਲਿਓ ਮਨ ਭਾਵੰਦਾ। ਸੁਖ ਸਹਿਜ ਆਨੰਦਾ, ਪ੍ਰਭ ਮਿਲਿਓ ਮਨ ਭਾਵੰਦਾ। ਪੂਰੇ ਗੁਰ ਕਿਰਪਾ ਧਾਰੀ, ਤਾਂ ਗਤ ਭਈ ਹਮਾਰੀ। ਪ੍ਰਭ ਕੀ ਪ੍ਰੇਮ ਭਗਤ ਮਨ ਲੀਨਾ, ਹਰ ਕੀ ਪ੍ਰੇਮ ਭਗਤ ਮਨ ਲੀਨਾ। ਨਿਤ ਬਾਜੇ ਅਨਹਦ ਬੀਨਾ ਰਹਾਉ, ਹਰ ਚਰਨ ਕੀ ਓਟ ਸਤਾਣੀ। ਸਭ ਚੁਕੀ ਕਾਣ ਲੋਕਾਣੀ, ਜਗ ਜੀਵਨ ਦਾਤਾ ਪਾਇਆ। ਹਰ ਰਸਕ ਰਸਕ ਗੁਣ ਗਾਇਆ, ਪ੍ਰਭ ਕਾਟਿਆ ਜਮ ਕਾ ਫਾਸਾ। ਮਨ ਪੂਰਨ ਹੋਈ ਆਸਾ, ਜਹ ਪੇਖਾਂ ਤਹ ਸੋਈ। ਹਰ ਪ੍ਰਭ ਬਿਨ ਅਵਰ ਨ ਕੋਈ, ਕਰ ਕਿਰਪਾ ਪ੍ਰਭ ਰਾਖੇ। ਸਭ ਜਨਮ ਜਨਮ ਦੁਖ ਲਾਥੇ, ਨਿਰਭਉ ਨਾਮ ਧਿਆਇਆ। ਅਟਲ ਸੁਖ ਨਾਨਕ ਪਾਇਆ, ਨਿਰਭਉ ਨਾਮ ਧਿਆਇਆ। ਅਟਲ ਸੁਖ ਨਾਨਕ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।